सत श्री अकाल। हरजिस टीवी ते तुहाडा स्वागत है। मैं हरप्रीत कौर एक बार फिर हाजिर हाँ लैके प्रोग्राम सिलसिला खबरां दा। पंजाब दे विच कोरोना के केसां की गल करिए तां नित दिन लगातार वाधा हो रहा है। पिछले 24 घंटिया के दौरान 2590 नवे केस पंजाब दे विच कोरोना के सामने आए ने ते लगभग 38 के करीब मौतां हो चुकियां ने। कल पंजाब के मुख मंत्री कैप्टन अमरिंदर सिंह होरां ने कई नवीआं पाबंदियां आयद कीतियां ने। उन्हां पाबंदियां बारे गल असीं बाद च करांगे, पर उस तो पहलां करोना नाल संबंधित एक होर घटना का जिक्र करना लाजमी बनदा है। एयरलाइनस ने कुछ हदायतां जारी कीतियां सीगीआं जिहदी अनाउंसमेंट उन्होंने जहाज़ दे विच बैठण वाले मुसाफरां नूं पहलां ही करके दस दिता सी कि जे कोई भी मुसाफर जिहड़ा हैगा ओह मास्क ला के जहाज़ दे विच बैठदा है तां उस नूं नो फ्लाई लिस्ट दे विच ऐड कर दिता जावेगा ते उस ते केस हो जावेगा। नो फ्लाई लिस्ट का मतलब आ कि वह पूरी जिंदगी भर किसी भी जहाज़ दे विच किसी भी तरह का सफ़र नहीं कर पावेगा। पर कुछ लोग जिवें पढ़े लिखे मूर्ख भी हुंदे ने, 6 ਦੇ करीब लोग इहो ਜਿਹੇ ਸੀਗੇ जिन्हां ने जहाज़ 'ਚ चढ़न वेले तां मास्क लाया होया सी, पर जहाज़ दे विच बैठदे सार उन्हां ने मास्क ला के रख दिता ਜਾਂ ਆਪਣੇ ਨੱਕ ਤੋਂ ਮੂੰਹ ਤੋਂ ਲਾ ਦਿੱਤਾ ਮਾਸਕ। ਤੇ 에ਅਰਲਾਈਨਸ ਦੇ ਵਿੱਚੋਂ ਜਦੋਂ ਉਹ ਜਹਾਜ਼ ਤੋਂ ਉਤਰਦੇ ਨੇ ਤਾਂ ਉਤਰਦੇ ਸਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਹਨਾਂ 6 ਲੋਕਾਂ ਦੇ ਉੱਤੇ ਕੇਸ ਕਰ ਦਿੱਤਾ ਗਿਆ, ਜਿਹਦੇ ਵਿੱਚੋਂ ਜਿਹੜੀ ਖਬਰਾਂ ਆਈਆਂ ਨੇ, ਸੁਰਖੀਆਂ ਆਈਆਂ ਨੇ, ਉਹਨਾਂ ਦੇ ਅਨੁਸਾਰ 2 ਤੇ ਤਾਂ ਨੋ ਫਲਾਈ ਲਿਸਟ ਦੇ ਵਿੱਚ 2 ਦਾ ਨਾਂ ਤਾਂ ਪੈ ਹੀ ਗਿਆ ਕਿ ਉਹ ਸਾਰੀ ਉਮਰ ਕਿਸੇ ਵੀ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰ ਪਾਉਣਗੇ। ਬਾਕੀ 4 ਬਾਰੇ ਜਾਣਕਾਰੀ ਹਜੇ ਪੂਰੀ ਤਰ੍ਹਾਂ ਨਹੀਂ ਆਈ, ਉਹ ਆ ਜਾਵੇਗੀ। ਮੱਲੋ ਮੱਲੀ ਮੁਸੀਬਤ ਮੁੱਲ ਲੈਣ ਦੀ ਬਜਾਏ ਅਸੀਂ ਪਹਿਲਾਂ ਹੀ ਇਸ ਗੱਲ ਦਾ ਧਿਆਨ ਰੱਖ ਲਈਏ ਵੀ ਜੇ ਸਰਕਾਰ ਨੇ ਕੁਝ ਹਦਾਇਤਾਂ ਦਿੱਤੀਆਂ ਨੇ, ਕੁਝ ਪਾਬੰਦੀਆਂ ਆਇਦ ਕੀਤੀਆਂ ਨੇ, ਜਾਂ ਕਿਸੇ ਵੀ ਅਦਾਰੇ ਨੇ ਕੋਈ ਕਿਸੇ ਤਰ੍ਹਾਂ ਦੀਆਂ ਪਾਬੰਦੀਆਂ ਆਪਣੇ ਕਰਮੀਆਂ ਨੂੰ ਸੁਰੱਖਿਆ ਦੇਣ ਦੇ ਲਈ ਆਇਦ ਕੀਤੀਆਂ ਨੇ, ਜਾਂ ਕਿਸੇ ਵੀ 에ਅਰਲਾਈਨਸ ਨੇ ਕੁਝ ਨਿਯਮ ਬਣਾਏ ਨੇ, ਕੁਝ ਹਦਾਇਤਾਂ ਦਿੱਤੀਆਂ ਨੇ, ਤਾਂ ਮੱਲੋ ਮੱਲੀ ਮੁਸੀਬਤ ਲੈਣ ਦੀ ਬਜਾਏ ਅਸੀਂ ਉਹਨਾਂ ਦੀ ਪਾਲਣਾ ਕਰ ਹੀ ਲਈਏ, ਕਿਉਂਕਿ ਇਹ ਕਿਤੇ ਨਾ ਕਿਤੇ ਇਹਦੇ ਵਿੱਚ ਸਾਡੀ ਵੀ ਸੁਰੱਖਿਆ ਤੇ ਸਾਡੇ ਨਾਲ ਦੇ ਲੋਕਾਂ ਦੀ ਵੀ ਸੁਰੱਖਿਆ ਹੈ। ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਲ੍ਹ ਕੁਝ ਪਾਬੰਦੀਆਂ ਆਇਦ ਕੀਤੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕਰਫਿਊ ਲਾ ਦਿੱਤਾ ਹੈ। 9 ਤੋਂ 5 ਵਜੇ ਤੱਕ ਕੋਈ ਵੀ ਬੰਦਾ ਘਰੋਂ ਬਾਹਰ ਨਹੀਂ ਨਿਕਲ ਸਕਦਾ ਬਗੈਰ ਕਿਸੇ ਐਮਰਜੈਂਸੀ ਦੇ। ਇਸ ਤੋਂ ਇਲਾਵਾ ਵਿਆਹ ਦੇ ਵਿੱਚ 20 ਤੋਂ ਵੱਧ ਬੰਦਿਆਂ ਦੀ ਗਿਣਤੀ ਸ਼ਾਮਲ ਨਹੀਂ ਹੋ ਸਕਦੀ। ਕਿਸੇ ਦੇ ਅੰਤਿਮ ਸੰਸਕਾਰ ਮੌਕੇ 20 ਤੋਂ ਵੱਧ ਬੰਦਿਆਂ ਦਾ ਇਕੱਠ ਨਹੀਂ ਹੋ ਸਕਦਾ। ਕਿਸੇ ਵੀ ਤਰ੍ਹਾਂ ਦੇ ਸਮਾਜਿਕ ਇਕੱਠ ਤੇ ਪਾਬੰਦੀ ਲਾ ਦਿੱਤੀ ਆ। ਉਹਨਾਂ ਨੇ 31 ਮਾਰਚ ਤੱਕ ਸਾਰੀਆਂ ਸਿਆਸੀ ਰੈਲੀਆਂ ਮੁਲਤਵੀ ਕਰ ਦਿੱਤੀਆਂ ਨੇ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਨੇ। ਮਾਲਸ ਦੇ ਵਿੱਚ, ਸ਼ਾਪਿੰਗ ਮਾਲਸ ਦੇ ਵਿੱਚ ਜੇ ਕੋਈ ਜਾਣਾ ਚਾਹੁੰਦਾ ਹੈ ਤਾਂ 100 ਤੋਂ ਵੱਧ ਉਹਨਾਂ ਦੇ ਵਿੱਚ ਲੋਕ ਨਹੀਂ ਜਾ ਸਕਦੇ। ਸਿਰਫ 100 ਤੱਕ ਜਿਹੜੀ ਗਿਣਤੀ ਹੈ ਉਹ ਤੈਅ ਕੀਤੀ ਗਈ ਆ ਕਿ 100 ਤੱਕ ਬੰਦੇ ਉਸ ਮਾਲ ਦੇ ਵਿੱਚ ਜਾ ਸਕਦੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਪਾਬੰਦੀਆਂ ਵਿੱਚ ਜਿਵੇਂ ਮਾਸਕ ਲਾਉਣਾ ਬਹੁਤ ਜ਼ਰੂਰੀ ਆ। ਜਿਹੜੇ ਲੋਕ ਮਾਸਕ ਲਾ ਕੇ ਘਰੋਂ ਬਾਹਰ ਨਹੀਂ ਨਿਕਲਣਗੇ ਉਹਨਾਂ ਦੇ ਉੱਤੇ ਜੁਰਮਾਨਾ ਕੀਤਾ ਜਾਊਗਾ ਉਹਨਾਂ ਨੂੰ, ਤੇ ਉਹਨਾਂ ਦਾ ਕੋਵਿਡ ਦਾ ਟੈਸਟ ਵੀ ਲਾਜ਼ਮੀ ਕੀਤਾ ਜਾਊਗਾ। ਇਸ ਤੋਂ ਇਲਾਵਾ ਜੇ ਹੋਲੇ ਮਹੱਲੇ ਦੀ ਅਸੀਂ ਗੱਲ ਕਰਦੇ ਹਾਂ ਤਾਂ ਹੋਲੇ ਮਹੱਲੇ 'ਤੇ ਸਿੱਖ ਸੰਗਤਾਂ ਜਾਣਾ ਚਾਹੁੰਦੀਆਂ ਨੇ। ਸਰਕਾਰ ਦਰਮਿਆਨ ਤੇ ਸਿੱਖ ਸੰਗਤਾਂ ਦੇ ਦਰਮਿਆਨ ਇਸ ਸਮੇਂ ਜਿਹੜਾ ਹੈਗਾ ਉਹ ਕਾਫੀ ਮਤਭੇਦ ਵੀ ਇਸ ਗੱਲ ਨੂੰ ਲੈ ਕੇ ਚੱਲ ਰਹੇ ਨੇ ਕਿ ਸੰਗਤਾਂ ਕਹਿੰਦੀਆਂ ਨੇ ਕਿ ਅਸੀਂ ਸ਼ਰਧਾ ਦੇ ਨਾਲ ਉੱਥੇ ਜਾਣਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸੰਗਤ ਉੱਥੇ ਆਉਣਾ ਚਾਹੁੰਦੀ ਹੈ ਉਹ ਆਪਣਾ ਕੋਵਿਡ ਦਾ ਟੈਸਟ ਕਰਾ ਕੇ ਆਉਣ ਤੇ ਨੈਗੇਟਿਵ ਰਿਪੋਰਟ ਨਾਲ ਲੈ ਕੇ ਆਉਣ। ਇਸ ਤੋਂ ਇਲਾਵਾ ਸਰਕਾਰ ਨੇ SGPC ਪ੍ਰਧਾਨ ਤੇ ਦੁਰਗਿਆਣਾ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਨੂੰ ਕਿਹਾ ਕਿ ਸ਼ਰਧਾਲੂਆਂ ਨੂੰ ਮਾਸਕ ਲਾਉਣ ਦੇ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀਗੀ, ਕੱਲ੍ਹ 10 ਜ਼ਿਲ੍ਹੇ ਸੀ, ਅੱਜ 11 ਜ਼ਿਲ੍ਹੇ ਹੋ ਗਏ ਨੇ, ਉਹਨਾਂ ਦੇ ਵਿੱਚ ਕਰਫਿਊ ਲਾਗੂ ਕਰ ਦਿੱਤਾ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੂੰ ਇਹ ਹੱਕ ਦੇ ਦਿੱਤੇ ਨੇ ਕਿ ਤੁਸੀਂ ਆਪਣੇ ਪੱਧਰ 'ਤੇ ਆਪਣੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਕਰ ਸਕਦੇ ਹੋ।
ਇਸ ਦੇ ਨਾਲ ਹੀ ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਗੱਲ ਕਰੀਏ ਕਿਸਾਨ ਅੰਦੋਲਨ ਦੀ। ਬਹੁਤ ਸਾਰੇ ਕਿਸਾਨ ਉਸ ਅੰਦੋਲਨ ਦੇ ਵਿੱਚ ਬੈਠੇ ਨੇ, ਸੰਘਰਸ਼ ਦੇ ਵਿੱਚ ਬੈਠੇ ਨੇ, ਜਿਹੜਾ ਅੰਦੋਲਨ ਹੁਣ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਚੁੱਕਿਆ ਹੈ। ਕਿਸੇ ਵੀ ਸ਼ਾਇਦ ਹੀ ਕਿਸੇ ਦੇਸ਼ ਦੀ ਪਾਰਲੀਮੈਂਟ ਜਾਂ ਕੋਈ ਦੇਸ਼ ਅਜਿਹਾ ਹੋਵੇ ਜਿਹਦੇ ਵਿੱਚ ਕਿਸਾਨ ਅੰਦੋਲਨ ਦੀ ਗੱਲ ਨਾ ਕੀਤੀ ਗਈ ਹੋਵੇ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰਾ ਬੁਲੰਦ ਨਾ ਕੀਤਾ ਗਿਆ ਹੋਵੇ। ਭਾਵੇਂ ਉਹ ਇੰਗਲੈਂਡ ਦੀ ਪਾਰਲੀਮੈਂਟ ਹੋਵੇ, ਕੈਨੇਡਾ ਦੀ ਪਾਰਲੀਮੈਂਟ ਹੋਵੇ, ਆਸਟ੍ਰੇਲੀਆ ਦੀ ਪਾਰਲੀਮੈਂਟ ਹੋਵੇ ਜਾਂ ਵੱਖੋ-ਵੱਖ ਦੇਸ਼ਾਂ ਦੇ ਸੂਬਾ ਪੱਧਰੀਆਂ ਜਿਹਨੂੰ ਸਾਡੇ ਇੱਥੇ ਵਿਧਾਨ ਸਭਾ ਕਹਿੰਦੇ ਨੇ, ਪਰ ਉੱਥੇ ਪਾਰਲੀਮੈਂਟਸ ਸੂਬਾ ਪੱਧਰ ਦੀਆਂ ਪਾਰਲੀਮੈਂਟਸ ਨੇ ਜਿਹੜੀਆਂ, ਉਹਨਾਂ ਦੇ ਵਿੱਚ ਲੋਕਲ ਪੱਧਰ ਦੇ ਲੋਕਾਂ ਨੇ ਜਿਹੜੀ ਹੈਗੀ ਆ ਉਹ ਕਿਸਾਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ। ਜਿਹੜੀ ਹੁਣ ਨਵੀਂ ਖਬਰ ਆ ਉਹ ਇਹ ਆ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਵੀ ਕੱਲ੍ਹ ਕਿਸਾਨ ਅੰਦੋਲਨ ਨੂੰ ਲੈ ਕੇ ਆਵਾਜ਼ ਉੱਠੀ ਆ, ਜਿਸ ਤੋਂ ਭਾਰਤ ਦੀ ਕੇਂਦਰ ਸਰਕਾਰ ਨੂੰ ਕਾਫੀ ਜਿਹੜੀ ਹੈਗੀ ਆ ਕਾਫੀ ਉਹਨਾਂ ਨੂੰ ਖਤਰਾ ਪ੍ਰਗਟ ਹੋ ਰਿਹਾ ਹੈ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਵਿੱਚ ਗੱਲਾਂ ਹੋ ਰਹੀਆਂ ਨੇ, ਤਾਂ ਉਹਨਾਂ ਨੂੰ ਖਾਸਾ ਔਖਾ ਹੋਣਾ ਪਿਆ ਇਸ ਗੱਲ ਦੇ ਲਈ। ਤੇ ਉਹਨਾਂ ਨੇ ਕਿਹਾ ਕਿ ਜੇ ਵੱਖ-ਵੱਖ ਦੇਸ਼ਾਂ ਦੀਆਂ ਪਾਰਲੀਮੈਂਟਸ ਦੇ ਵਿੱਚ ਗੱਲ ਹੁੰਦੀ ਆ ਤਾਂ ਇਹ ਸਾਡੇ ਦੇਸ਼ ਦਾ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਜਾਂ ਕਿਸਾਨ ਅੰਦੋਲਨ ਸਾਡੇ ਦੇਸ਼ ਦਾ ਅੰਦਰੂਨੀ ਮਸਲਾ, ਕਿਸੇ ਨੂੰ ਵੀ ਇਸ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਤਾਂ ਮੋਦੀ ਸਾਹਿਬ ਨੂੰ ਯਾਦ ਕਰਾ ਦਈਏ ਵੀ ਜਦੋਂ ਅਮਰੀਕਾ ਦੇ ਵਿੱਚ ਚੋਣਾਂ ਹੋਣੀਆਂ ਸੀ ਤਾਂ ਤੁਸੀਂ ਵੀ ਉੱਥੇ ਜਾ ਕੇ ਇੱਕ ਵੱਡੇ ਪੱਧਰ ਦੀ ਰੈਲੀ ਕਰਕੇ ਕਿਹਾ ਸੀ ਕਿ ਅਬ ਕੀ ਬਾਰ ਟਰੰਪ ਕੀ ਸਰਕਾਰ। ਜਦੋਂ ਤੁਸੀਂ ਅਗਲਿਆਂ ਦੇ ਘਰ ਦੇ ਵਿੱਚ ਜਾ ਕੇ ਅਗਲਿਆਂ ਦੀ ਚੋਣ ਪ੍ਰਕਿਰਿਆ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਹੋ ਤਾਂ ਅਗਲੇ ਤਾਂ ਫੇਰ ਮਨੁੱਖੀ ਹੱਕਾਂ ਦੀ ਗੱਲ ਕਰ ਰਹੇ ਨੇ, ਤੇ ਕਰਨਗੇ ਵੀ ਕਿਉਂ ਨਹੀਂ, ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ, ਇਹ ਮਨੁੱਖੀ ਹੱਕਾਂ ਦੇ ਘਾਣ ਦਾ ਮਸਲਾ ਹੈ ਜਿਹੜਾ ਭਾਰਤ ਦੀ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਆ ਤੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਨਾਗਰਿਕ ਨਾ ਸਮਝ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਤੱਕ ਨਹੀਂ ਆ, ਭਾਵੇਂ ਇੱਕ ਫੋਨ ਕਾਲ ਦੀ ਦੂਰੀ ਤੇ ਉਹ ਬੈਠੇ ਨੇ। ਭਾਜਪਾ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਬਹੁਤ ਸਾਰੇ ਨੇਤਾਵਾਂ ਨੇ ਕਿਸਾਨ ਅੰਦੋਲਨ ਦੇ ਬਾਰੇ, ਕਿਸਾਨਾਂ ਦੇ ਬਾਰੇ ਵਿੱਚ ਵੱਖੋ ਵੱਖਰੀਆਂ ਟਿੱਪਣੀਆਂ ਕੀਤੀਆਂ ਤੇ ਸ਼ਾਬਦਿਕ ਹਮਲੇ ਕੀਤੇ, ਪਰ ਜਿਹੜੀ ਬ੍ਰਾਂਚ ਇਹਨਾਂ ਦੀ ਹੁਣ ਤੱਕ ਚੁੱਪ ਬੈਠੀ ਸੀ, ਚੁੱਪੀ ਵੱਟੀ ਹੋਈ ਸੀ, ਉਹ ਸੀ ਆਰਐਸਐਸ ਨੇ ਆਪਣੀ ਚੁੱਪੀ ਤੋੜਦਿਆਂ ਕੱਲ੍ਹ ਕਿਹਾ ਹੈ ਕਿ ਜ਼ਰੂਰ ਹੀ ਕਿਸਾਨਾਂ ਦੇ ਮਸਲੇ ਦਾ ਹੱਲ ਨਿਕਲਣਾ ਚਾਹੀਦਾ, ਭਾਵੇਂ ਸਾਰੀਆਂ ਗੱਲਾਂ 'ਤੇ ਸਹਿਮਤੀ ਨਾ ਹੋਵੇ ਪਰ ਕੁਝ ਕੁ ਗੱਲਾਂ 'ਤੇ ਸਹਿਮਤੀ ਹੋ ਕੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਣਾ ਚਾਹੀਦਾ। ਅਤੇ ਨਾਲ ਹੀ ਉਹਨਾਂ ਨੇ ਕਿਹਾ ਪਰ ਕੁਛ ਕੁ ਜਿਹੜੇ ਸ਼ਰਾਰਤੀ ਅਨਸਰ ਨੇ ਜਾਂ ਕੁਛ ਕੁ ਦੇਸ਼ ਵਿਰੋਧੀ ਤਾਕਤਾਂ ਨੇ ਇਸ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਆਪਣੀ ਰਾਜਨੀਤੀ ਕਰ ਰਹੀਆਂ ਨੇ। ਸੇਮ ਇਹੀ ਭਾਸ਼ਾ ਨਰਿੰਦਰ ਮੋਦੀ ਸਾਹਿਬ ਅਤੇ ਨਰਿੰਦਰ ਤੋਮਰ ਨੇ ਪਹਿਲਾਂ ਵਰਤੀ ਸੀਗੀ ਤੇ ਉਹਨਾਂ ਨੇ ਆਰਐਸਐਸ ਭਾਜਪਾ ਨਾਲੋਂ ਕਿਸੇ ਤਰ੍ਹਾਂ ਵੀ ਵੱਖ ਨਹੀਂ, ਇਹ ਅਸੀਂ ਸਾਰੇ ਹੀ ਜਾਣਦੇ ਹਾਂ। ਆਰਐਸਐਸ ਨੇ ਉਹੀ ਬੋਲੀ ਬੋਲਣੀ ਆ ਜੋ ਪ੍ਰਧਾਨ ਮੰਤਰੀ ਸਾਹਿਬ ਤੇ ਸਾਡੇ ਖਜ਼ਾਨਾ ਮੰਤਰੀ ਸਾਹਿਬ ਨੇ ਬੋਲੀ ਸੀ। ਉਹਨਾਂ ਨੇ ਜਿੱਥੇ ਆਰਐਸਐਸ ਨੇ ਤਾਂ ਇਹ ਕਿਹਾ ਵੀ ਕਿਸਾਨ ਮਸਲੇ ਦਾ ਹੱਲ ਨਿਕਲਣਾ ਚਾਹੀਦਾ, ਉੱਥੇ ਆਰਐਸਐਸ ਨੂੰ ਸ਼ਾਇਦ ਇਸ ਗੱਲ ਦਾ ਇਲਮ ਨਹੀਂ ਕਿ ਕਿਸਾਨ ਤਾਂ ਖੁਦ ਚਾਹੁੰਦੇ ਨੇ ਕਿ ਮਸਲੇ ਦਾ ਹੱਲ ਕੱਢਿਆ ਜਾਵੇ। ਕਿਸਾਨ ਤਾਂ ਕਹਿੰਦੇ ਨੇ ਕਿ ਤੁਸੀਂ ਕੱਲ੍ਹ ਦੀ ਬਜਾਏ ਅੱਜ ਹੱਲ ਕੱਢੋ, ਅੱਜ ਗੱਲਬਾਤ ਕਰੋ, ਪਰ ਗੱਲਬਾਤ ਕੌਣ ਨਹੀਂ ਕਰ ਰਿਹਾ ਇਸ ਬਾਰੇ ਜਾਂ ਤਾਂ ਆਰਐਸਐਸ ਜਾਣਦੀ ਨਹੀਂ ਜਾਂ ਆਰਐਸਐਸ ਜਾਣ ਕੇ ਜਾਣ ਬੁੱਝ ਕੇ ਅੱਖਾਂ ਮੀਟ ਕੇ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਆ। ਦੂਜੇ ਪਾਸੇ ਕਿਸਾਨਾਂ ਦਾ ਹੱਕ ਜਾਣੀਏ, ਕਿਸਾਨਾਂ ਦਾ ਪੱਖ ਜਾਣੀਏ ਤਾਂ ਕਿਸਾਨ ਚਾਹੁੰਦੇ ਨੇ ਕਿ ਅਸੀਂ 3 ਕਾਲੇ ਕਾਨੂੰਨ ਵਾਪਸ ਕਰਾਏ ਬਿਨਾਂ ਆਪਣੇ ਘਰਾਂ ਨੂੰ ਨਹੀਂ ਮੁੜਾਂਗੇ। ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਜਿੰਨੀ ਮਰਜ਼ੀ ਗਰਮੀ ਹੋ ਜਾਵੇ, ਜਿੰਨਾ ਮਰਜ਼ੀ ਅਸੀਂ ਆਪਣੀਆਂ ਕਣਕਾਂ ਦੀ ਵਾਢੀ ਵੀ ਕਰਨੀ ਆ, ਅੱਗੇ ਜਿਵੇਂ ਹੁਣ ਕਣਕਾਂ ਨਿਸਰ ਰਹੀਆਂ ਨੇ ਤਾਂ ਖੇਤਾਂ ਦੇ ਵਿੱਚ ਕੰਮ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਪਰ ਕਿਸਾਨ ਕਹਿ ਰਹੇ ਨੇ, ਉਹਨਾਂ ਦੇ ਵਿੱਚ ਤਾਂ ਕਈ ਨੇਤਾ ਇਹੋ ਜਿਹੇ ਨੇ ਜਿਹੜੇ 26 ਜਨਵਰੀ ਤੋਂ ਬਾਅਦ ਆਪਣੇ ਘਰਾਂ ਨੂੰ ਹੀ ਨਹੀਂ ਗਏ। ਉਹਨਾਂ ਦੇ ਪਰਿਵਾਰਕ ਜੀ ਉਸ ਅੰਦੋਲਨ ਦੇ ਵਿੱਚ ਆ ਕੇ ਹੀ, ਮੋਰਚੇ ਦੇ ਉੱਤੇ ਆ ਕੇ ਹੀ ਉਹਨਾਂ ਨੂੰ ਮਿਲ ਗਏ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਘਰਾਂ ਨੂੰ ਵਾਪਸ ਨਹੀਂ ਜਾਵਾਂਗੇ, ਜਾਂ ਤਾਂ ਅਸੀਂ ਜਿੱਤ ਕੇ ਜਾਵਾਂਗੇ ਜਾਂ ਇੱਥੇ ਹੀ ਮਰ ਕੇ ਜਾਵਾਂਗੇ। ਇਸ ਤਰ੍ਹਾਂ ਦਾ ਸਿਰੜ ਤੇ ਦ੍ਰਿੜਤਾ ਜਿਹਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ ਤੇ ਚਰਚਾ ਹੋਣੀ ਵੀ ਬਣਦੀ ਆ। ਕਿਸਾਨਾਂ ਨੇ ਕਿਹਾ ਕਿ ਭਾਵੇਂ ਨਵੰਬਰ ਲੰਘ ਜੇ, ਭਾਵੇਂ ਦਸੰਬਰ ਆ ਜੇ, ਪਰ ਅਸੀਂ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਏ ਬਿਨਾਂ ਤੇ ਆਪਣੀ ਜਿੱਤ ਯਕੀਨੀ ਬਣਾਏ ਬਿਨਾਂ, ਜਿੱਤ ਹਾਸਲ ਕੀਤੇ ਬਿਨਾਂ ਨਹੀਂ ਜਾਵਾਂਗੇ। ਕਿਤੇ ਨਾ ਕਿਤੇ ਕਿਸਾਨਾਂ ਦੀ ਇਸ ਦ੍ਰਿੜਤਾ ਨੂੰ, ਕਿਸਾਨਾਂ ਦੇ ਇਸ ਸਿਰੜ ਨੂੰ, ਉਹਨਾਂ ਦੇ ਇਸ ਹੌਸਲੇ ਨੂੰ ਸਲਾਮ ਕਰਨਾ ਬਣਦਾ ਹੈ। ਇਸ ਦੇ ਨਾਲ ਹੀ ਗੱਲ ਕਰੀਏ ਹਰਿਆਣੇ ਦੇ ਵਿੱਚ, ਜੇ ਪਿਛਲੇ ਕਾਫੀ ਸਮੇਂ ਤੋਂ ਅਸੀਂ ਗੱਲ ਕਰੀਏ
ਤਾਂ ਕੇਂਦਰ ਦੇ ਵਿੱਚ ਤਾਂ ਭਾਜਪਾ ਦੀ ਸਰਕਾਰ ਹੈ ਹੀ ਆ, ਪਰ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਆ ਉਹਨਾਂ ਦੇ ਵਿੱਚ ਨਿਤ ਨਵੇਂ ਕਾਨੂੰਨ ਆ ਰਹੇ ਨੇ, ਪਾਸ ਹੋ ਰਹੇ ਨੇ, ਲਾਗੂ ਕੀਤੇ ਜਾ ਰਹੇ ਨੇ। ਤਾਂ ਹਰਿਆਣੇ ਦੇ ਵਿੱਚ ਕੱਲ੍ਹ ਇੱਕ ਜਿਹੜਾ ਨਵਾਂ ਕਾਨੂੰਨ ਉਹਨਾਂ ਨੇ ਹਰਿਆਣੇ ਦੀ ਖੱਟਰ ਸਰਕਾਰ ਨੇ ਪਾਸ ਕੀਤਾ, ਉਹ ਹੈਗਾ ਕਿ ਜੇ ਕੋਈ ਵੀ ਵਿਅਕਤੀ ਜਾਂ ਕੋਈ ਵੀ ਅੰਦੋਲਨਕਾਰੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਜ਼ਿਕਰ ਕਰ ਦਈਏ ਵੀ ਇਸ ਤੋਂ ਪਹਿਲਾਂ ਜਿਹੜਾ ਇਹ ਕਾਨੂੰਨ ਆ ਜਾਇਦਾਦ ਦੀ ਸੰਬੰਧੀ ਕਾਨੂੰਨ ਜਿਹੜਾ ਹਰਿਆਣੇ ਦੀ ਸਰਕਾਰ ਨੇ ਹੁਣ ਬਣਾਇਆ, ਉਹ ਪਹਿਲਾਂ ਯੂਪੀ ਦੀ ਸਰਕਾਰ ਨੇ ਬਣਾ ਦਿੱਤਾ ਸੀ ਤੇ ਲਾਗੂ ਕਰ ਦਿੱਤਾ ਸੀ। ਪਿੱਛੇ ਥੋੜੀ ਜਿਹੀ ਝਾਤ ਮਾਰੀਏ ਤਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਹੁਣ ਭਾਜਪਾ ਨੂੰ ਜਾਂ ਸੂਬਾਈ ਪੱਧਰ ਦੀਆਂ ਜਿਹੜੀਆਂ ਭਾਜਪਾ ਦੀਆਂ ਸਰਕਾਰਾਂ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਨੇ ਤਾਂ ਉਹਨਾਂ ਨੂੰ ਲੀਡ ਕਰਦੇ ਨਜ਼ਰ ਆ ਰਹੇ ਨੇ। ਪਹਿਲਾਂ ਕਾਨੂੰਨ ਯੂਪੀ ਦੇ ਵਿੱਚ ਪਾਸ ਹੁੰਦਾ, ਫਿਰ ਧੜਾ-ਧੜ ਬਾਕੀ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਆ ਉੱਥੇ ਉਹ ਕਾਨੂੰਨ ਅੱਖਾਂ ਮੀਚ ਕੇ ਬਿਨਾਂ ਅੱਗਾ ਪਿੱਛੇ ਦੇਖੇ ਲਾਗੂ ਕਰ ਦਿੱਤੇ ਜਾਂਦੇ ਨੇ। ਪਹਿਲਾਂ ਯੂਪੀ ਦੇ ਵਿੱਚ ਵੀ ਜਾਇਦਾਦ ਸੰਬੰਧੀ ਕਾਨੂੰਨ ਲਾਗੂ ਹੋਇਆ ਸੀ। ਪਹਿਲਾਂ ਯੂਪੀ ਦੇ ਵਿੱਚ ਹੀ ਪਹਿਲਾਂ ਲਵ ਜਿਹਾਦ ਕਾਨੂੰਨ ਲਾਗੂ ਹੋਇਆ ਸੀ ਤੇ ਉਸ ਤੋਂ ਬਾਅਦ ਫਿਰ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਬਿਨਾਂ ਕੁਛ ਸੋਚੇ ਸਮਝੇ, ਬਿਨਾਂ ਅੱਗਾ ਪਿੱਛਾ ਦੇਖੇ ਮੱਧ ਪ੍ਰਦੇਸ਼ ਦੇ ਵਿੱਚ ਧੜਾ-ਧੜ ਇਹ ਕਾਨੂੰਨ ਲਾਗੂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਇਹ ਲਾਗੂ ਕਰ ਦਿੱਤਾ ਗਿਆ। ਫਿਰ ਬਾਕੀ ਹੌਲੀ-ਹੌਲੀ ਸੂਬਿਆਂ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਕਰ ਦਿੱਤਾ ਗਿਆ। ਹੁਣ ਗੱਲ ਕਰੀਏ ਜਾਇਦਾਦ ਸੰਬੰਧੀ ਕਾਨੂੰਨ ਦੀ ਹਰਿਆਣੇ ਦੀ ਸਰਕਾਰ ਦੀ, ਤਾਂ ਹਰਿਆਣੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ, ਪਰ ਇੱਥੇ ਸਵਾਲ ਇਹ ਕਰਨਾ ਬਣਦਾ ਵੀ ਜੇ ਅੰਦੋਲਨਕਾਰੀਆਂ ਦੇ ਤੁਹਾਨੂੰ ਨੁਕਸਾਨ ਪਹੁੰਚਾਉਣ 'ਤੇ ਤੁਸੀਂ ਕੇਸ ਕਰ ਸਕਦੇ ਹੋ ਤਾਂ ਜਿਹੜਾ ਨੁਕਸਾਨ ਸਰਕਾਰੀ ਜਾਂ ਗੈਰ ਸਰਕਾਰੀ ਜਾਇਦਾਦ ਦਾ ਸਰਕਾਰ ਦੇ ਵਿੱਚ ਬੈਠੇ ਲੋਕ ਕਰਦੇ ਨੇ ਤਾਂ ਉਹਨਾਂ 'ਤੇ ਕੇਸ ਕਰਨਗੇ ਜਾਂ ਨਹੀਂ, ਉਹਨਾਂ 'ਤੇ ਕੇਸ ਕਰੂਗਾ ਕੌਣ? ਇਹ ਸਵਾਲ ਸਾਡੇ ਸਾਹਮਣੇ ਖੜ੍ਹਾ ਹੈ। ਹਰਿਆਣੇ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ ਤਾਂ ਹਾਈਵੇ ਦੇ ਉੱਤੇ, ਸੜਕਾਂ ਦੇ ਉੱਤੇ ਵੱਡੇ ਵੱਡੇ ਟੋਏ ਹਰਿਆਣੇ ਦੀ ਸਰਕਾਰ ਨੇ ਪੁੱਟ ਦਿੱਤੇ ਸੀ। ਉਹ ਸੜਕ ਹਰਿਆਣੇ ਦੀ ਸਰਕਾਰ ਦੇ ਮੰਤਰੀਆਂ ਦੇ ਘਰ ਦੀ ਸੀ, ਜਿਹਦੇ ਟੋਏ ਪੁੱਟਣ ਦਾ ਹੱਕ ਉਹਨਾਂ ਨੂੰ ਮਿਲਿਆ ਹੋਇਆ ਤੇ ਉਹਨਾਂ 'ਤੇ ਕੋਈ ਕਿਸੇ ਤਰ੍ਹਾਂ ਦਾ ਕੇਸ ਨਹੀਂ ਹੋ ਸਕਦਾ। ਤਾਂ ਫਿਰ ਕੇਸ ਤਾਂ ਸਾਰਿਆਂ ਲਈ, ਕਾਨੂੰਨ ਤਾਂ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਨੇ, ਚਾਹੇ ਉਹ ਮੰਤਰੀ ਆ, ਚਾਹੇ ਸੰਤਰੀ ਆ, ਚਾਹੇ ਆਮ ਬੰਦਾ, ਚਾਹੇ ਕੋਈ ਵੀ ਹੋਵੇ, ਕਾਨੂੰਨ ਸਾਰਿਆਂ ਦੇ ਲਈ ਬਰਾਬਰ ਹੋਣਾ ਚਾਹੀਦਾ। ਫਿਰ ਜੇ ਆਮ ਲੋਕਾਂ 'ਤੇ ਤੁਸੀਂ ਕੇਸ ਕਰ ਸਕਦੇ ਹੋ, ਉਹ ਕਾਨੂੰਨ ਲਾਗੂ ਕਰ ਸਕਦੇ ਹੋ, ਤਾਂ ਉਹ ਕਾਨੂੰਨ ਤਾਂ ਪਹਿਲਾਂ ਤੁਹਾਡੇ 'ਤੇ ਲਾਗੂ ਹੁੰਦਾ। ਤੁਸੀਂ ਆਪਣੀਆਂ ਕੀਤੀਆਂ ਵੀ ਚੇਤੇ ਰੱਖਿਓ। ਹਰਿਆਣੇ ਦੀ ਸਰਕਾਰ ਨੇ ਟੋਏ ਪੁੱਟੇ, ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਜਿਹੜਾ ਅਮਲਾ ਫੈਲਾ ਸਾਰਾ ਪੁਲਿਸ ਦੀ ਵਰਤੋਂ ਕੀਤੀ ਤਾਂ ਪੁਲਿਸ ਦੇ ਵੀ ਤਾਂ ਸਮੇਂ ਦਾ ਨੁਕਸਾਨ ਹੋਇਆ। ਉਹਨਾਂ ਦੀਆਂ ਤਨਖਾਹਾਂ ਤੁਸੀਂ ਇਸ ਲਈ ਥੋੜ੍ਹੀ ਦੇ ਰਹੇ ਹੋ ਉਹਨਾਂ ਨੂੰ, ਉਹ ਪੈਸਾ ਵੀ ਤਾਂ ਲੋਕਾਂ ਦਾ, ਉਹ ਵੀ ਤਾਂ ਸਰਕਾਰ ਦੇ ਵਿੱਚ ਜਾ ਰਿਹਾ, ਟੈਕਸ ਭਰ ਰਹੇ ਨੇ ਲੋਕ ਜਿਹਦੇ ਵਿੱਚ ਤੁਸੀਂ ਤਨਖਾਹਾਂ ਦੇ ਰਹੇ ਹੋ, ਤਾਂ ਉਸ ਪੈਸੇ ਦਾ ਨੁਕਸਾਨ ਵੀ ਤਾਂ ਹੋ ਰਿਹਾ ਜਿਹੜਾ ਸਰਕਾਰ ਕਰ ਰਹੀ ਆ। ਇਸ ਤੋਂ ਬਾਅਦ ਗੱਲ ਕਰੀਏ ਵੀ ਪਹਿਲਾਂ ਇੱਕ ਵੀਡੀਓ ਦੇ ਵਿੱਚ ਚੁਣ ਕੇ ਵੀਡੀਓਜ਼ ਦੇ ਵਿੱਚੋਂ ਫੋਟੋਆਂ ਉਹਨਾਂ ਨੇ ਲੱਭ ਲਈਆਂ ਤੇ ਉਹਨਾਂ ਨੇ ਕਿਹਾ ਜੀ, ਇੱਕ ਲੰਬੀ ਲਿਸਟ ਉਹਨਾਂ ਨੇ ਜਾਰੀ ਕਰ ਦਿੱਤੀ, ਇੱਕ ਸਰਕਾਰੀ ਬਿਲਡਿੰਗ ਦੇ ਬਾਹਰ ਉਹ ਲਿਸਟ ਲਾ ਦਿੱਤੀ, ਫੋਟੋਆਂ ਲਾ ਦਿੱਤੀਆਂ ਕਿ ਇਹ ਬੰਦੇ ਦੋਸ਼ੀ ਨੇ ਜੀ, ਇਹ ਦੰਗਾ ਕਰਦੇ ਨੇ। ਜਦੋਂ ਸਰਕਾਰ ਪਾਣੀ ਦੀਆਂ ਬੁਛਾੜਾਂ ਕਿਸਾਨਾਂ 'ਤੇ ਕਰਦੀ ਆ ਤਾਂ ਆਪਣੇ ਬਚਾਅ ਦੇ ਲਈ ਸਾਹਮਣੇ ਵਾਲਾ ਕੁਛ ਨਾ ਕੁਛ ਤਾਂ ਕਰੂਗਾ ਹੀ। ਜੇ ਉਹਨਾਂ ਨੇ ਸਾਹਮਣੇੋਂ ਪੱਥਰ ਚਲਾ ਵੀ ਦਿੱਤੇ ਤਾਂ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਵਾਲੇ ਤੁਸੀਂ ਕੌਣ ਹੁੰਦੇ ਹੋ? ਕਿਉਂਕਿ ਜਦੋਂ ਤੱਕ ਅਦਾਲਤ ਕਿਸੇ ਨੂੰ ਦੋਸ਼ੀ ਸਾਬਤ ਨਹੀਂ ਕਰਦੀ ਤਾਂ ਕਿਸੇ ਦਾ ਵੀ ਕੋਈ ਹੱਕ ਨਹੀਂ ਬਣਦਾ, ਕਿਸੇ ਕੋਲੇ ਕੋਈ ਇਹੋ ਜਿਹਾ ਅਧਿਕਾਰ ਨਹੀਂ ਕਿ ਤੁਸੀਂ ਕਿਸੇ ਬੰਦੇ ਦੀ ਫੋਟੋ ਇਸ ਤਰ੍ਹਾਂ ਲਾ ਦਿਓ ਕਿ ਜੀ ਇਹ ਸਮਾਜ ਦਾ, ਇਹ ਸਰਕਾਰ ਦਾ ਜਾਂ ਇਹ ਸਾਡੇ ਰਾਜ ਦਾ ਦੋਸ਼ੀ ਆ। ਇਸ ਵੇਲੇ ਕਾਨੂੰਨ ਦੀ ਉਲੰਘਣਾ ਸਰਕਾਰ ਕਰ ਰਹੀ ਆ, ਆਮ ਲੋਕ ਨਹੀਂ। ਉੱਤਰਾਖੰਡ ਦੀ ਗੱਲ ਕਰੀਏ, ਉੱਤਰਾਖੰਡ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਸੀਗੀ। ਜਦੋਂ ਭਾਜਪਾ ਦੇ ਇੱਕ MLA ਨੇ ਪੁਲਿਸ ਦੇ ਘੋੜੇ ਦੀ ਲੱਤ ਡਾਂਗਾ ਮਾਰ ਕੇ ਤੋੜ ਦਿੱਤੀ ਸੀ, ਕਿ ਉਹ ਪੁਲਿਸ ਦਾ ਘੋੜਾ ਸਰਕਾਰੀ ਜਾਇਦਾਦ ਨਹੀਂ ਸੀ? ਇਹ ਸਵਾਲ ਤੁਹਾਡੇ ਸਾਹਮਣੇ ਖੜਾ ਹੈ ਕਿ ਕੀ ਤੁਸੀਂ ਇਸ ਦਾ ਜਵਾਬ ਦੇ ਸਕਦੇ ਹੋ? ਜਾਂ ਇੱਕ ਮੱਧ ਪ੍ਰਦੇਸ਼ ਦੇ ਵਿੱਚ MLA ਦੇ ਪਿਓ ਨੇ ਇੱਕ ਇੰਜੀਨੀਅਰ ਦੀ ਲੱਤ ਤੋੜ ਦਿੱਤੀ ਸੀ, ਕਿ ਉਹ ਇੱਕ ਬੰਦੇ ਦੀ ਜਾਨ ਕਿਸੇ ਦੀ ਜਾਇਦਾਦ ਨਹੀਂ, ਆਪਣੀ ਨਿੱਜੀ ਜਾਂ ਸਰਕਾਰੀ? ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਕਿ ਉਸ ਬੰਦੇ ਦੀ ਜਾਨ ਦੀ ਰਾਖੀ ਕਰਨੀ ਆ, ਆਪਣੇ ਲੋਕਾਂ ਦੀ ਜਾਨ ਦੀ ਰਾਖੀ ਕਰਨੀ ਆ?
ਇਹ ਸਾਰੇ ਸਵਾਲ ਸਾਡੇ ਸਾਹਮਣੇ ਖੜੇ ਨੇ। ਸੋ ਜੇ ਹਰਿਆਣੇ ਦੀ ਸਰਕਾਰ ਇਹ ਜਾਇਦਾਦ ਦਾ ਕਾਨੂੰਨ ਲਾਗੂ ਕਰਦੀ ਆ, ਲੋਕਾਂ ਦੇ ਉੱਤੇ ਕੇਸ ਕਰਦੀ ਆ, ਲਿਸਟਾਂ ਜਾਰੀ ਕਰਦੀ ਆ, ਤਾਂ ਉਸ ਤੋਂ ਪਹਿਲਾਂ ਦੋਸ਼ੀ ਸਰਕਾਰ ਵੀ ਆ, ਆਪਣੇ ਦੋਸ਼ਾਂ ਵੱਲ ਜਾਂ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰ ਲੈਣਾ ਚਾਹੀਦਾ। ਅੱਜ ਲਈ ਇੰਨਾ ਹੀ। ਫਿਰ ਤੋਂ ਹਾਜ਼ਰ ਹੋਵਾਂਗੇ ਸੋਮਵਾਰ ਨੂੰ ਇਹੀ ਪ੍ਰੋਗਰਾਮ ਲੈ ਕੇ ਤੇ ਨਵੀਆਂ ਖਬਰਾਂ ਲੈ ਕੇ, ਨਵੇਂ ਤਰ੍ਹਾਂ ਦੀ ਚਰਚਾ ਲੈ ਕੇ। ਉਦੋਂ ਤੱਕ ਤੁਸੀਂ ਜੁੜੇ ਰਹੋ ਹਰਜਸ ਟੀਵੀ ਦੇ ਨਾਲ। ਸਤਿ ਸ੍ਰੀ ਅਕਾਲ।